आओ अगे दा सफ़र जारी रखते हुए सुनते हाँ पंजाबी आडियो बुक पाओलो कोल्हो द्वारा लिखित किताब सुपनसास। ਉਹ ਬੁੱਢੀ ਔਰਤ ਮੁੰਡੇ ਨੂੰ ਆਪਣੇ ਘਰ ਦੇ ਪਿਛਵਾੜੇ ਇੱਕ ਕਮਰੇ ਵਿੱਚ ਲੈ ਗਈ। ਇਸ ਕਮਰੇ ਨੂੰ ਰਿਹਾਇਸ਼ੀ ਕਮਰੇ ਨਾਲੋਂ ਰੰਗਦਾਰ ਗੀਟਿਆਂ ਦੇ ਪਰਦੇ ਨਾਲ ਅਲੱਗ ਕੀਤਾ ਗਿਆ ਸੀ। ਇਸ ਕਮਰੇ ਵਿੱਚ ਇੱਕ ਮੇਜ਼, ਈਸਾ ਦੀ ਮੂਰਤੀ ਅਤੇ ਦੋ ਕੁਰਸੀਆਂ ਪਈਆਂ ਸਨ। ਔਰਤ ਬੈਠ ਗਈ ਅਤੇ ਉਸਨੂੰ ਵੀ ਬੈਠਣ ਲਈ ਕਿਹਾ। ਫਿਰ ਉਹਨੇ ਮੁੰਡੇ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫੜੇ ਅਤੇ ਚੁੱਪ-ਚੁਪੀਤੇ ਪ੍ਰਾਰਥਨਾ ਕਰਨ ਲੱਗੀ। ਆਵਾਜ਼ ਤੋਂ ਲੱਗਦਾ ਸੀ ਕਿ ਇਹ ਜਿਪਸੀਆਂ ਖਾਨਾਬਦੋਸ਼ ਵਾਲੀ ਪ੍ਰਾਰਥਨਾ ਸੀ। ਤੁਰਦਿਆਂ ਫਿਰਦਿਆਂ ਮੁੰਡੇ ਨੂੰ ਪਹਿਲਾਂ ਵੀ ਜਿਪਸੀਆਂ ਨਾਲ ਵਾਹ ਪੈ ਚੁੱਕਾ ਸੀ। ਉਹ ਵੀ ਤੁਰਦੇ ਫਿਰਦੇ ਰਹਿੰਦੇ ਸਨ, ਪਰ ਉਹਨਾਂ ਕੋਲ ਭੇਡਾਂ ਦਾ ਇੱਜੜ ਨਹੀਂ ਸੀ ਹੁੰਦਾ। ਲੋਕ ਕਹਿੰਦੇ ਹਨ ਕਿ ਜਿਪਸੀ ਹੋਰਾਂ ਨੂੰ ਧੋਖਾ ਦੇ ਕੇ ਜ਼ਿੰਦਗੀਆਂ ਬਸਰ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਸ਼ੈਤਾਨ ਨਾਲ ਸਮਝੌਤਾ ਹੈ। ਉਹ ਬੱਚਿਆਂ ਨੂੰ ਅਗਵਾ ਕਰਦੇ ਹਨ ਅਤੇ ਉਹਨਾਂ ਨੂੰ ਲਿਜਾ ਕੇ ਆਪਣੇ ਭੇਦਪੂਰਨ ਕੰਮਾਂ ਵਿੱਚ ਰੱਖ ਕੇ ਗੁਲਾਮ ਬਣਾ ਲੈਂਦੇ ਹਨ। ਬਚਪਨ ਵਿੱਚ ਇਸ ਮੁੰਡੇ ਨੂੰ ਹਮੇਸ਼ਾ ਹੀ ਇਹ ਡਰ ਬਣਿਆ ਰਹਿੰਦਾ ਸੀ ਕਿ ਉਸ ਨੂੰ ਜਿਪਸੀ ਲੋਕ ਫੜ ਲੈਣਗੇ। ਜਦੋਂ ਇਸ ਬੁੱਢੀ ਔਰਤ ਨੇ ਉਹਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲਿਆ ਤਾਂ ਉਸ ਦਾ ਬਚਪਨ ਦਾ ਇਹ ਡਰ ਫਿਰ ਜਾਗ ਪਿਆ। ਪਰ ਉਹਨੇ ਆਪਣੇ ਆਪ ਨੂੰ ਤਸੱਲੀ ਦਿੰਦੇ ਹੋਏ ਸੋਚਿਆ ਕਿ ਇਸ ਬੁੱਢੀ ਔਰਤ ਨੇ ਤਾਂ ਆਪਣੇ ਕੋਲ ਪਵਿੱਤਰ ਈਸਾ ਮਸੀਹ ਦੀ ਮੂਰਤੀ ਰੱਖੀ ਹੋਈ ਹੈ। ਉਹ ਚਾਹੁੰਦਾ ਸੀ ਕਿ ਉਸਦਾ ਹੱਥ ਕਿਤੇ ਕੰਬਣ ਨਾ ਲੱਗ ਪਵੇ, ਜਿਸ ਤੋਂ ਔਰਤ ਨੂੰ ਪਤਾ ਲੱਗ ਜਾਏ ਕਿ ਉਹ ਡਰ ਰਿਹਾ ਹੈ। ਉਸਨੇ ਚੁੱਪ-ਚੁਪੀਤੇ ਹੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਦਿਲਚਸਪ। ਔਰਤ ਨੇ ਮੁੰਡੇ ਦੇ ਹੱਥਾਂ ਤੇ ਨਜ਼ਰ ਗੱਡਦੇ ਹੋਏ ਇਹ ਗੱਲ ਕਹੀ ਅਤੇ ਫਿਰ ਚੁੱਪ ਹੋ ਗਈ। ਮੁੰਡਾ ਘਬਰਾ ਰਿਹਾ ਸੀ। ਉਹਦੇ ਹੱਥ ਕੰਬਣ ਲੱਗ ਪਏ ਸਨ ਅਤੇ ਔਰਤ ਨੂੰ ਇਹ ਗੱਲ ਪਤਾ ਲੱਗ ਗਈ ਸੀ। ਮੁੰਡੇ ਨੇ ਤੁਰੰਤ ਹੀ ਆਪਣੇ ਹੱਥ ਉਹਦੇ ਹੱਥਾਂ ਵਿੱਚੋਂ ਖਿੱਚ ਲਏ। ਮੁੰਡੇ ਨੇ ਕਿਹਾ, ਮੈਂ ਇੱਥੇ ਆਪਣਾ ਹੱਥ ਦਿਖਾਉਣ ਨਹੀਂ ਸੀ ਆਇਆ। ਉਹ ਹੁਣੇ ਤੋਂ ਹੀ ਆਪਣੇ ਇੱਥੇ ਆਉਣ ਤੇ ਪਛਤਾ ਰਿਹਾ ਸੀ। ਪਲ ਭਰ ਲਈ ਉਹਨੇ ਸੋਚਿਆ ਕਿ ਉਹ ਉਸ ਔਰਤ ਦੀ ਫੀਸ ਦੇਵੇ ਅਤੇ ਕੋਈ ਵੀ ਗੱਲ ਜਾਣੇ ਬਿਨਾਂ ਰਵਾਨਾ ਹੋ ਜਾਏ। ਉਸ ਇਹ ਵੀ ਸੋਚਿਆ ਕਿ ਵਾਰ-ਵਾਰ ਆਉਣ ਵਾਲੇ ਸੁਪਨੇ ਨੂੰ ਉਹ ਲੋੜ ਤੋਂ ਵੱਧ ਅਹਿਮੀਅਤ ਦੇ ਰਿਹਾ ਹੈ। ਬੁੱਢੀ ਔਰਤ ਨੇ ਕਿਹਾ, ਤੂੰ ਇਸ ਲਈ ਆਇਆ ਸੀ ਤਾਂ ਕਿ ਆਪਣੇ ਸੁਪਨਿਆਂ ਦੇ ਅਰਥ ਜਾਣ ਸਕੇ। ਸੁਪਨੇ ਈਸ਼ਵਰ ਦੀ ਭਾਸ਼ਾ ਹੁੰਦੇ ਹਨ। ਜਦੋਂ ਉਹ ਸਾਡੀ ਭਾਸ਼ਾ ਵਿੱਚ ਗੱਲ ਕਰਦਾ ਹੈ ਤਾਂ ਮੈਂ ਦੱਸ ਸਕਦੀ ਹਾਂ ਕਿ ਉਹਨੇ ਕੀ ਕਿਹਾ ਹੈ, ਪਰ ਜੇ ਉਹ ਆਤਮਾ ਦੀ ਭਾਸ਼ਾ ਵਿੱਚ ਗੱਲ ਕਰੇ ਤਾਂ ਸਿਰਫ ਤੂੰ ਹੀ ਇਸ ਨੂੰ ਸਮਝ ਸਕਦਾ ਹੈ। ਪਰ ਕਿਸੇ ਤਰ੍ਹਾਂ ਵੀ ਹੋਵੇ, ਮੈਂ ਆਪਣੀ ਫੀਸ ਤੈਥੋਂ ਜ਼ਰੂਰ ਲਵਾਂਗੀ। ਮੁੰਡੇ ਨੇ ਸੋਚਿਆ ਕਿ ਇਹ ਇੱਕ ਹੋਰ ਚਾਲ ਹੈ। ਫਿਰ ਵੀ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਚਾਂਸ ਜ਼ਰੂਰ ਲਵੇਗਾ। ਆਜੜੀ ਹਮੇਸ਼ਾ ਹੀ ਭੇੜੀਆਂ ਨਾਲ ਅਤੇ ਸੋਕੇ ਨਾਲ ਚਾਂਸ ਲੈਂਦੇ ਹਨ ਅਤੇ ਇਸੇ ਕਰਕੇ ਹੀ ਆਜੜੀਆਂ ਦੀ ਜ਼ਿੰਦਗੀ ਦਿਲਚਸਪ ਹੁੰਦੀ ਹੈ। ਉਸ ਕਿਹਾ, ਮੈਨੂੰ ਇੱਕ ਸੁਪਨਾ 2 ਵਾਰੀ ਆਇਆ ਹੈ। ਮੈਂ ਸੁਪਨੇ ਵਿੱਚ ਦੇਖਿਆ ਕਿ ਮੈਂ ਆਪਣੀਆਂ ਭੇਡਾਂ ਸਮੇਤ ਖੇਤਾਂ ਵਿੱਚ ਸਾਂ ਕਿ ਇੱਕ ਬੱਚਾ ਆਇਆ ਅਤੇ ਜਾਨਵਰਾਂ ਨਾਲ ਖੇਡਣ ਲੱਗਾ। ਮੈਂ ਨਹੀਂ ਚਾਹੁੰਦਾ ਕਿ ਲੋਕ ਇਸ ਤਰ੍ਹਾਂ ਕਰਨ, ਕਿਉਂਕਿ ਭੇਡਾਂ ਸਦਾ ਹੀ ਅਜਨਬੀਆਂ ਤੋਂ ਡਰਦੀਆਂ ਹਨ। ਫਿਰ ਵੀ ਬੱਚੇ ਸਦਾ ਹੀ ਬਿਨਾਂ ਉਹਨਾਂ ਨੂੰ ਡਰਾਇਆ ਉਹਨਾਂ ਨਾਲ ਖੇਡ ਸਕਦੇ ਹਨ। ਮੈਨੂੰ ਨਹੀਂ ਪਤਾ ਕਿਉਂ। ਮੈਨੂੰ ਨਹੀਂ ਪਤਾ ਕਿਵੇਂ ਜਾਨਵਰ ਮਨੁੱਖਾਂ ਦੀ ਉਮਰ ਜਾਣ ਜਾਂਦੇ ਹਨ। ਔਰਤ ਕਹਿਣ ਲੱਗੀ, ਆਪਣੇ ਸੁਪਨੇ ਬਾਰੇ ਹੋਰ ਕੁਝ ਦੱਸ। ਮੈਂ ਅਜੇ ਖਾਣਾ ਬਣਾਉਣਾ ਹੈ ਅਤੇ ਕਿਉਂਕਿ ਤੇਰੇ ਕੋਲ ਬਹੁਤੇ ਪੈਸੇ ਨਹੀਂ ਹਨ, ਇਸ ਲਈ ਮੈਂ ਤੈਨੂੰ ਬਹੁਤਾ ਸਮਾਂ ਵੀ ਨਹੀਂ ਦੇ ਸਕਦੀ। ਮੁੰਡਾ ਰਤਾਕੂ ਔਖਾ ਹੋਇਆ, ਪਰ ਉਹਨੇ ਗੱਲ ਜਾਰੀ ਰੱਖੀ। ਮੁੰਡਾ ਮੇਰੀਆਂ ਭੇਡਾਂ ਨਾਲ ਕਾਫੀ ਸਮਾਂ ਖੇਡਦਾ ਰਿਹਾ। ਅਚਨਚੇਤ ਹੀ ਮੁੰਡੇ ਨੇ ਮੇਰੇ ਹੱਥ ਫੜੇ ਅਤੇ ਮੈਨੂੰ ਮਿਸਰ ਦੇ ਪਿਰਾਮਿਡਾਂ ਤੱਕ ਲੈ ਗਿਆ। ਉਹ ਪਲ ਭਰ ਲਈ ਰੁਕਿਆ ਤਾਂ ਕਿ ਇਹ ਦੇਖ ਸਕੇ ਕਿ ਔਰਤ ਨੂੰ ਮਿਸਰ ਦੇ ਪਿਰਾਮਿਡਾਂ ਬਾਰੇ ਪਤਾ ਵੀ ਹੈ ਜਾਂ ਨਹੀਂ, ਪਰ ਉਹ ਕੁਝ ਨਾ ਬੋਲੀ। ਫਿਰ ਉਸਨੇ ਮਿਸਰ ਦੇ ਪਿਰਾਮਿਡ ਸ਼ਬਦਾਂ ਤੇ ਜ਼ੋਰ ਦਿੰਦੇ ਹੋਏ ਹੌਲੀ-ਹੌਲੀ ਗੱਲ ਕੀਤੀ ਤਾਂ ਕਿ ਔਰਤ ਚੰਗੀ ਤਰ੍ਹਾਂ ਸਮਝ ਸਕੇ। ਮਿਸਰ ਦੇ ਪਿਰਾਮਿਡਾਂ ਵਿੱਚ ਜਾ ਕੇ ਬੱਚੇ ਨੇ ਮੈਨੂੰ ਕਿਹਾ
ਕਿ ਜੇ ਤੂੰ ਇੱਥੇ ਆਵੇ ਤਾਂ ਤੈਨੂੰ ਇੱਕ ਗੁਪਤ ਖਜ਼ਾਨਾ ਮਿਲ ਸਕਦਾ ਹੈ। ਜਦੋਂ ਬੱਚਾ ਮੈਨੂੰ ਖਜ਼ਾਨੇ ਦੀ ਸਹੀ ਥਾਂ ਦਿਖਾਉਣ ਲੱਗਾ, ਤਿਉਂ ਹੀ ਮੈਨੂੰ ਜਾਗ ਆ ਗਈ। ਦੋਵੇਂ ਵਾਰੀ ਹੀ ਔਰਤ ਕੁਝ ਚਿਰ ਚੁੱਪ ਰਹੀ। ਫਿਰ ਉਹਨੇ ਦੁਬਾਰਾ ਉਹਦੇ ਹੱਥ ਆਪਣੇ ਹੱਥਾਂ ਵਿੱਚ ਫੜੇ ਅਤੇ ਉਹਨਾਂ ਨੂੰ ਧਿਆਨ ਨਾਲ ਦੇਖਣ ਲੱਗੀ। ਉਹ ਕਹਿਣ ਲੱਗੀ, ਮੈਂ ਤੇਰੇ ਕੋਲੋਂ ਹੁਣ ਕੁਝ ਨਹੀਂ ਲਵਾਂਗੀ, ਪਰ ਜੇ ਤੈਨੂੰ ਖਜ਼ਾਨਾ ਲੱਭ ਜਾਵੇ ਤਾਂ 10ਵਾਂ ਹਿੱਸਾ ਮੈਨੂੰ ਦੇਣਾ ਪਵੇਗਾ। ਮੁੰਡਾ ਖੁਸ਼ੀ ਨਾਲ ਹੱਸ ਪਿਆ। ਇੱਕ ਗੁਪਤ ਖਜ਼ਾਨੇ ਦੇ ਸੁਪਨੇ ਕਾਰਨ ਉਹ ਥੋੜਾ ਜਿਹਾ ਪੈਸਾ ਬਚਾਉਣ ਦੇ ਯੋਗ ਹੋ ਗਿਆ ਸੀ। ਉਸ ਕਿਹਾ, ਚਲੋ ਚੰਗਾ, ਸੁਪਨੇ ਦੇ ਅਰਥ ਦੱਸ। ਪਹਿਲਾ ਸੌਖਾ ਕਿ ਜੋ ਕੁਝ ਮੈਂ ਤੈਨੂੰ ਦੱਸਣ ਜਾ ਰਹੀ ਹਾਂ, ਉਹਦੇ ਬਦਲੇ ਤੂੰ ਮੈਨੂੰ ਖਜ਼ਾਨੇ ਦਾ 10ਵਾਂ ਹਿੱਸਾ ਦੇਵੇਂਗਾ। ਨੇ ਸਹੁੰ ਖਾਧੀ ਕਿ ਉਹ ਇਸੇ ਤਰ੍ਹਾਂ ਹੀ ਕਰੇਗਾ। ਬੁੱਢੀ ਔਰਤ ਨੇ ਉਸ ਨੂੰ ਕਿਹਾ ਕਿ ਈਸਾ ਦੀ ਮੂਰਤੀ ਵੱਲ ਦੇਖਦੇ ਹੋਏ ਇੱਕ ਵਾਰ ਫਿਰ ਸਹੁੰ ਖਾਵੇ। ਉਹ ਕਹਿਣ ਲੱਗੀ, ਇਹ ਸੁਪਨਾ ਸੰਸਾਰ ਦੀ ਭਾਸ਼ਾ ਦਾ ਸੁਪਨਾ ਹੈ। ਮੈਂ ਇਸ ਦੀ ਵਿਆਖਿਆ ਕਰ ਸਕਦੀ ਹਾਂ, ਪਰ ਇਹ ਵਿਆਖਿਆ ਕਾਫੀ ਮੁਸ਼ਕਲ ਹੈ। ਇਸ ਲਈ ਮੈਂ ਕਹਿੰਦੀ ਹਾਂ ਕਿ ਮੈਨੂੰ ਤੇਰੇ ਖਜ਼ਾਨੇ ਦਾ ਇੱਕ ਹਿੱਸਾ ਚਾਹੀਦਾ ਹੈ, ਅਤੇ ਮੇਰਾ ਕਹਿਣਾ ਇਹ ਹੈ ਕਿ ਤੈਨੂੰ ਮਿਸਰ ਵਿੱਚ ਪਿਰਾਮਿਡ ਦੇਖਣ ਜਾਣਾ ਚਾਹੀਦਾ ਹੈ। ਮੈਂ ਉਹਨਾਂ ਬਾਰੇ ਕਦੇ ਨਹੀਂ ਸੋਚਿਆ, ਪਰ ਜੇ ਤੈਨੂੰ ਕਿਸੇ ਬੱਚੇ ਨੇ ਇਹ ਦਿਖਾਏ ਹਨ ਤਾਂ ਇਹ ਜ਼ਰੂਰ ਹੀ ਹੋਣਗੇ। ਉੱਥੇ ਤੈਨੂੰ ਇਹ ਖਜ਼ਾਨਾ ਮਿਲੇਗਾ ਜਿਹੜਾ ਤੈਨੂੰ ਅਮੀਰ ਬਣਾ ਦੇਵੇਗਾ। ਮੁੰਡਾ ਪਹਿਲਾਂ ਹੈਰਾਨ ਹੋਇਆ ਅਤੇ ਫਿਰ ਪਰੇਸ਼ਾਨ। ਇਸ ਕਾਸੇ ਲਈ ਤਾਂ ਉਹਨੂੰ ਬੁੱਢੀ ਔਰਤ ਦੀ ਸਲਾਹ ਦੀ ਲੋੜ ਨਹੀਂ ਸੀ, ਪਰ ਨਾਲ ਹੀ ਉਸ ਨੂੰ ਚੇਤੇ ਆ ਗਿਆ ਕਿ ਇਸ ਬਦਲੇ ਉਸ ਨੂੰ ਕੋਈ ਪੈਸਾ ਨਹੀਂ ਦੇਣਾ ਪੈਣਾ। ਉਸ ਕਿਹਾ, ਸਿਰਫ ਇੰਨੀ ਗੱਲ ਲਈ ਹੀ ਮੈਨੂੰ ਸਮਾਂ ਬਰਬਾਦ ਕਰਨ ਦੀ ਕੀ ਲੋੜ ਸੀ? ਮੈਂ ਤੈਨੂੰ ਦੱਸਿਆ ਹੀ ਸੀ ਕਿ ਤੇਰਾ ਸੁਪਨਾ ਔਖਾ ਸੁਪਨਾ ਹੈ। ਜ਼ਿੰਦਗੀ ਦੀਆਂ ਸਧਾਰਨ ਗੱਲਾਂ ਹੀ ਤਾਂ ਸਭ ਤੋਂ ਨਿਵੇਕਲੀਆਂ ਹੁੰਦੀਆਂ ਹਨ। ਸਿਰਫ ਸਿਆਣੇ ਬੰਦੇ ਹੀ ਇਹਨਾਂ ਨੂੰ ਸਮਝ ਸਕਦੇ ਹਨ। ਕਿਉਂਕਿ ਮੈਂ ਸਿਆਣੀ ਨਹੀਂ ਹਾਂ, ਇਸ ਲਈ ਮੈਨੂੰ ਹੋਰ ਕੰਮ ਵੀ ਸਿੱਖਣੇ ਪੈਂਦੇ ਹਨ, ਜਿਵੇਂ ਕਿ ਹੱਥਾਂ ਦੀਆਂ ਰੇਖਾਵਾਂ ਪੜ੍ਹਨਾ। ਠੀਕ ਹੈ, ਪਰ ਮੈਂ ਮਿਸਰ ਪਹੁੰਚਾਂਗਾ ਕਿਵੇਂ? ਮੈਂ ਤਾਂ ਸਿਰਫ ਸੁਪਨਿਆਂ ਦੇ ਅਰਥ ਦੱਸਦੀ ਹਾਂ। ਮੈਂ ਇਹ ਨਹੀਂ ਜਾਣਦੀ ਕਿ ਇਹਨਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇ। ਇਸੇ ਕਰਕੇ ਤਾਂ ਮੈਨੂੰ ਆਪਣੀ ਧੀ ਤੇ ਨਿਰਭਰ ਕਰਨਾ ਪੈ ਰਿਹਾ ਹੈ। ਜੇ ਮੈਂ ਕਦੇ ਵੀ ਮਿਸਰ ਨਾ ਪਹੁੰਚ ਸਕਾਂ ਤਾਂ ਫਿਰ ਮੈਨੂੰ ਕੋਈ ਪੈਸਾ ਨਹੀਂ ਮਿਲੇਗਾ, ਪਰ ਇਸ ਤਰ੍ਹਾਂ ਪਹਿਲੀ ਵਾਰੀ ਨਹੀਂ ਹੋਵੇਗਾ। ਇਹ ਕਹਿ ਕੇ ਔਰਤ ਨੇ ਮੁੰਡੇ ਨੂੰ ਜਾਣ ਲਈ ਕਿਹਾ, ਕਿਉਂਕਿ ਉਹ ਪਹਿਲਾਂ ਹੀ ਉਸ ਨਾਲ ਬੈਠਿਆਂ ਆਪਣਾ ਕਾਫੀ ਸਮਾਂ ਬਰਬਾਦ ਕਰ ਚੁੱਕੀ ਸੀ। ਇਸ ਤਰ੍ਹਾਂ ਮੁੰਡਾ ਨਿਰਾਸ਼ ਹੋ ਗਿਆ ਸੀ। ਉਹਨੇ ਫੈਸਲਾ ਕੀਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਸੁਪਨਿਆਂ ਵਿੱਚ ਯਕੀਨ ਨਹੀਂ ਕਰੇਗਾ। ਉਹਨੂੰ ਚੇਤੇ ਆਇਆ ਕਿ ਉਹਨੇ ਤਾਂ ਅਜੇ ਬਹੁਤ ਸਾਰੇ ਕੰਮ ਕਰਨੇ ਸਨ। ਉਹ ਬਾਜ਼ਾਰ ਗਿਆ ਤਾਂ ਕਿ ਕੁਝ ਖਾ ਸਕੇ। ਫਿਰ ਉਹਨੇ ਆਪਣੀ ਕਿਤਾਬ ਦੇ ਬਦਲੇ ਮੋਟੀ ਕਿਤਾਬ ਖਰੀਦੀ ਅਤੇ ਬਾਜ਼ਾਰ ਵਿਚਲੇ ਮੈਦਾਨ ਵਿੱਚ ਇੱਕ ਬੈਂਚ ਤੇ ਬੈਠ ਕੇ ਹੁਣੇ-ਹੁਣੇ ਖਰੀਦੀ ਨਵੀਂ ਸ਼ਰਾਬ ਦਾ ਘੁੱਟ ਭਰਨ ਲੱਗਾ। ਦਿਨ ਬੜਾ ਗਰਮ ਸੀ ਅਤੇ ਸ਼ਰਾਬ ਨਾਲ ਉਸ ਨੂੰ ਚੁਸਤੀ ਮਹਿਸੂਸ ਹੋਈ। ਭੇਡਾਂ ਸ਼ਹਿਰ ਦੇ ਦਰਵਾਜ਼ਿਆਂ ਦੇ ਬਾਹਰ ਇੱਕ ਐਸੇ ਵਾੜੇ ਵਿੱਚ ਸਨ ਜਿਹੜਾ ਉਹਦੇ ਇੱਕ ਮਿੱਤਰ ਦਾ ਸੀ। ਮੁੰਡੇ ਨੂੰ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਜਾਣਦੇ ਸਨ, ਇਸੇ ਕਰਕੇ ਤਾਂ ਲਗਾਤਾਰ ਸਫ਼ਰ ਕਰਨਾ ਉਸ ਨੂੰ ਚੰਗਾ ਲੱਗਦਾ ਸੀ, ਕਿਉਂਕਿ ਉਸ ਨੂੰ ਹਮੇਸ਼ਾ ਨਵੇਂ ਦੋਸਤ ਬਣਾਉਣ ਦਾ ਮੌਕਾ ਮਿਲਦਾ ਰਹਿੰਦਾ ਸੀ ਅਤੇ ਨਾਲ ਦੀ ਨਾਲ ਇਹ ਵੀ ਫਾਇਦਾ ਸੀ ਕਿ ਉਸ ਨੂੰ ਆਪਣਾ ਸਾਰਾ ਸਮਾਂ ਇਹਨਾਂ ਦੋਸਤਾਂ ਨਾਲ ਨਹੀਂ ਸੀ ਬਿਤਾਉਣਾ ਪੈਂਦਾ। ਜਦੋਂ ਕੋਈ ਬੰਦਾ ਹਰ ਰੋਜ਼ ਇੱਕੋ ਲੋਕਾਂ ਨੂੰ ਦੇਖਦਾ ਹੈ, ਜਿਵੇਂ ਕਿ ਧਰਮ ਦੇ ਸਕੂਲ ਵਿੱਚ ਉਹ ਦੇਖਿਆ ਕਰਦਾ ਸੀ, ਤਾਂ ਉਹ ਸਾਰੇ ਲੋਕ ਉਸ ਵਿਅਕਤੀ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਇਸ ਤੋਂ ਬਾਅਦ ਉਹ ਚਾਹੁੰਦੇ ਹਨ ਕਿ ਉਹ ਬੰਦਾ ਬਦਲ ਜਾਵੇ। ਜੇ ਬੰਦਾ ਉਹ ਕੁਝ ਨਹੀਂ ਬਣਦਾ ਜੋ ਕੁਝ ਉਹ ਬਣਾਉਣਾ ਚਾਹੁੰਦੇ ਹਨ ਤਾਂ ਉਹ ਗੁੱਸੇ ਹੋ ਜਾਂਦੇ ਹਨ। ਹਰ ਕੋਈ ਹੀ ਸਪਸ਼ਟ ਤੌਰ ਤੇ ਇਹ ਜਾਣਦਾ ਹੁੰਦਾ ਹੈ ਕਿ ਹੋਰ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਕਿਵੇਂ ਬਤੀਤ ਕਰਨੀਆਂ ਚਾਹੀਦੀਆਂ ਹਨ, ਪਰ ਆਪਣੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਉਹਨੇ ਫੈਸਲਾ ਕੀਤਾ ਕਿ ਭੇਡਾਂ ਦੇ ਇੱਜੜ ਨੂੰ ਫਿਰ ਖੇਤਾਂ ਵਿੱਚ ਲੈ ਜਾਣ ਤੋਂ ਪਹਿਲਾਂ ਉਹ ਸੂਰਜ ਦੇ ਰਤਾ ਨੂੰ ਨੀਵਾਂ ਹੋਣ ਦੀ ਉਡੀਕ ਕਰੇਗਾ। ਅੱਜ ਤੋਂ 3 ਦਿਨਾਂ ਬਾਅਦ ਉਹ ਵਪਾਰੀ ਦੀ ਧੀ ਕੋਲ ਹੋਵੇਗਾ।
ਉਹਨੇ ਹੁਣੇ-ਹੁਣੇ ਖਰੀਦੀ ਹੋਈ ਕਿਤਾਬ ਪੜ੍ਹਨੀ ਸ਼ੁਰੂ ਕੀਤੀ। ਪਹਿਲੇ ਹੀ ਸਫ਼ੇ ਤੇ ਕਿਸੇ ਦੇ ਅੰਤਮ ਸੰਸਕਾਰ ਦਾ ਜ਼ਿਕਰ ਸੀ। ਇਸ ਵਿੱਚ ਲਿਖੇ ਗਏ ਲੋਕਾਂ ਦੇ ਨਾਂ ਬੋਲਣ ਵਿੱਚ ਵੀ ਬੜੀ ਮੁਸ਼ਕਲ ਆ ਰਹੀ ਸੀ। ਉਸਨੇ ਸੋਚਿਆ ਕਿ ਜੇ ਕਦੇ ਉਹਨੇ ਕੋਈ ਕਿਤਾਬ ਲਿਖੀ ਤਾਂ ਉਹ ਪਾਤਰਾਂ ਨੂੰ ਵਾਰੀ-ਵਾਰੀ ਇੱਕ-ਇੱਕ ਕਰਕੇ ਪੇਸ਼ ਕਰੇਗਾ ਤਾਂ ਕਿ ਪਾਠਕ ਨੂੰ ਇੰਨੇ ਸਾਰੇ ਨਾਮ ਚੇਤੇ ਕਰਨ ਦੀ ਸਮੱਸਿਆ ਪੇਸ਼ ਨਾ ਆਵੇ। ਆਖਰਕਾਰ ਜਦੋਂ ਉਹ ਆਪਣੀ ਕਿਤਾਬ ਵੱਲ ਧਿਆਨ ਦੇ ਸਕਿਆ ਤਾਂ ਉਸਨੂੰ ਇਹ ਕਿਤਾਬ ਚੰਗੀ ਲੱਗਣ ਲੱਗੀ। ਅੰਤਮ ਸੰਸਕਾਰ ਵਾਲੇ ਦਿਨ ਬਰਫ਼ ਪੈ ਰਹੀ ਸੀ ਅਤੇ ਉਸਨੂੰ ਠੰਡੇ ਹੋਣ ਦੀ ਭਾਵਨਾ ਚੰਗੀ ਲੱਗੀ। ਜਦੋਂ ਉਹ ਪੜ੍ਹ ਰਿਹਾ ਸੀ ਤਾਂ ਇੱਕ ਬਜ਼ੁਰਗ ਆਦਮੀ ਉਹਦੇ ਬਰਾਬਰ ਆ ਬੈਠਾ ਅਤੇ ਉਸ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਬਜ਼ੁਰਗ ਨੇ ਬਾਜ਼ਾਰ ਵਿੱਚ ਲੋਕਾਂ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ, ਇਹ ਲੋਕ ਕੀ ਕਰ ਰਹੇ ਹਨ? ਮੁੰਡੇ ਨੇ ਜਵਾਬ ਦਿੱਤਾ, ਕੰਮ। ਉਸਨੇ ਰੁੱਖੇਪਣ ਨਾਲ ਜਵਾਬ ਦਿੰਦੇ ਹੋਏ ਇਹ ਪ੍ਰਭਾਵ ਦਿੱਤਾ ਕਿ ਉਹ ਕਿਤਾਬ ਪੜ੍ਹਨਾ ਚਾਹੁੰਦਾ ਹੈ। ਅਸਲ ਵਿੱਚ ਤਾਂ ਉਹ ਵਪਾਰੀ ਦੀ ਧੀ ਸਾਹਮਣੇ ਆਪਣੀਆਂ ਭੇਡਾਂ ਮੁੰਨਣ ਬਾਰੇ ਸੋਚ ਰਿਹਾ ਸੀ ਤਾਂ ਕਿ ਕੁੜੀ ਦੇਖ ਸਕੇ ਕਿ ਉਹ ਖੁਦ ਕਿੰਨੇ ਮੁਸ਼ਕਲ ਕੰਮ ਕਰਨ ਦੇ ਯੋਗ ਹੈ। ਉਸਨੇ ਪਹਿਲਾਂ ਵੀ ਕਈ ਵਾਰੀ ਇਹ ਦ੍ਰਿਸ਼ ਕਲਪਨਾ ਵਿੱਚ ਲਿਆਂਦਾ ਸੀ। ਹਰ ਵਾਰੀ ਜਦੋਂ ਉਹ ਦੱਸਦਾ ਕਿ ਭੇਡਾਂ ਨੂੰ ਪਿੱਛੋਂ ਸ਼ੁਰੂ ਕਰਕੇ ਅੱਗੇ ਵੱਲ ਨੂੰ ਮੁੰਨਣਾ ਚਾਹੀਦਾ ਹੈ ਤਾਂ ਕੁੜੀ ਬਹੁਤ ਉਤਸ਼ਾਹਤ ਹੋ ਜਾਂਦੀ। ਉਸਨੇ ਕੁਝ ਐਸੀਆਂ ਚੰਗੀਆਂ ਕਹਾਣੀਆਂ ਚੇਤੇ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿਹੜੀਆਂ ਉਹ ਭੇਡਾਂ ਮੁੰਨਣ ਸਮੇਂ ਕੁੜੀ ਨੂੰ ਸੁਣਾਏਗਾ। ਇਹਨਾਂ ਵਿੱਚੋਂ ਬਹੁਤੀਆਂ ਕਹਾਣੀਆਂ ਉਸਨੇ ਕਿਤਾਬਾਂ ਵਿੱਚ ਪੜ੍ਹੀਆਂ ਸਨ, ਪਰ ਉਹ ਸੁਣਾਉਂਦੇ ਸਮੇਂ ਇਸ ਤਰ੍ਹਾਂ ਪੇਸ਼ ਕਰੇਗਾ ਜਿਵੇਂ ਇਹ ਸਾਰੀਆਂ ਖੁਦ ਉਸ ਨਾਲ ਵਾਪਰੀਆਂ ਹੋਣ। ਕੁੜੀ ਨੂੰ ਕਦੇ ਵੀ ਇਹਨਾਂ ਵਿਚਲਾ ਫਰਕ ਸਮਝ ਨਹੀਂ ਆ ਸਕੇਗਾ ਕਿਉਂਕਿ ਉਹ ਤਾਂ ਪੜ੍ਹਨਾ ਹੀ ਨਹੀਂ ਜਾਣਦੀ। ਬਜ਼ੁਰਗ ਨੇ ਉਸ ਨਾਲ ਗੱਲ ਸ਼ੁਰੂ ਕਰਨ ਦੇ ਯਤਨ ਜਾਰੀ ਰੱਖੇ। ਉਸ ਕਿਹਾ ਕਿ ਉਹ ਥੱਕਿਆ ਹੋਇਆ ਅਤੇ ਪਿਆਸਾ ਸੀ ਅਤੇ ਪੁੱਛਿਆ ਕਿ ਕੀ ਉਹ ਮੁੰਡੇ ਦੀ ਸ਼ਰਾਬ ਵਿੱਚੋਂ ਇੱਕ ਘੁੱਟ ਭਰ ਸਕਦਾ ਹੈ। ਮੁੰਡੇ ਨੇ ਆਪਣੀ ਬੋਤਲ ਉਸਨੂੰ ਫੜਾਉਂਦੇ ਹੋਏ ਇਹ ਸੋਚਿਆ ਕਿ ਬਜ਼ੁਰਗ ਹੁਣ ਉਸਨੂੰ ਤੰਗ ਨਹੀਂ ਕਰੇਗਾ, ਪਰ ਬਜ਼ੁਰਗ ਗੱਲਾਂ ਕਰਨਾ ਚਾਹੁੰਦਾ ਸੀ ਅਤੇ ਉਹ ਮੁੰਡੇ ਨੂੰ ਪੁੱਛਣ ਲੱਗਾ ਕਿ ਉਹ ਕੀ ਪੜ੍ਹ ਰਿਹਾ ਸੀ। ਮੁੰਡੇ ਦੇ ਮਨ ਵਿੱਚ ਆਈ ਕਿ ਉਹ ਉਸ ਨਾਲ ਸਖਤੀ ਨਾਲ ਪੇਸ਼ ਆਵੇ ਅਤੇ ਕਿਸੇ ਹੋਰ ਬੈਂਚ ਤੇ ਜਾ ਬੈਠੇ, ਪਰ ਉਸ ਦੇ ਪਿਤਾ ਨੇ ਉਸਨੂੰ ਸਿੱਖਿਆ ਦਿੱਤੀ ਸੀ ਕਿ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਲਈ ਉਹਨੇ ਕਿਤਾਬ ਬਜ਼ੁਰਗ ਵੱਲ ਨੂੰ ਕਰ ਦਿੱਤੀ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਉਸਨੂੰ ਖੁਦ ਹੀ ਪਤਾ ਨਹੀਂ ਸੀ ਕਿ ਕਿਤਾਬ ਦਾ ਨਾਂ ਕਿਵੇਂ ਬੋਲਣਾ ਹੈ ਅਤੇ ਦੂਜਾ ਇਹ ਕਿ ਜੇ ਬਜ਼ੁਰਗ ਨੂੰ ਪੜ੍ਹਨਾ ਨਾ ਆਉਂਦਾ ਹੋਇਆ ਤਾਂ ਉਹ ਸ਼ਰਮਿੰਦਾ ਹੋ ਜਾਏਗਾ ਅਤੇ ਆਪਣੇ ਆਪ ਹੀ ਕਿਸੇ ਦੂਜੇ ਬੈਂਚ ਤੇ ਜਾ ਬੈਠਣ ਦਾ ਫੈਸਲਾ ਕਰ ਲਵੇਗਾ। ਬਜ਼ੁਰਗ ਨੇ ਕਿਤਾਬ ਨੂੰ ਆਸੇ-ਪਾਸੇ ਇਸ ਤਰ੍ਹਾਂ ਪਲਟਿਆ ਜਿਵੇਂ ਇਹ ਕੋਈ ਅਜੀਬ ਜਿਹੀ ਚੀਜ਼ ਹੋਵੇ ਅਤੇ ਕਿਹਾ, "ਹੁਅਕ ਇਹ ਬੜੀ ਅਹਿਮ ਕਿਤਾਬ ਹੈ, ਪਰ ਇਹ ਕਾਫੀ ਉਬਾਊ ਵੀ ਹੈ।" ਮੁੰਡਾ ਹੈਰਾਨ ਰਹਿ ਗਿਆ। ਬਜ਼ੁਰਗ ਨੂੰ ਪੜ੍ਹਨਾ ਆਉਂਦਾ ਸੀ ਅਤੇ ਪਹਿਲਾਂ ਹੀ ਉਹ ਇਹ ਕਿਤਾਬ ਪੜ੍ਹ ਚੁੱਕਾ ਸੀ। ਜੋ ਕਿਤਾਬ ਸੱਚਮੁੱਚ ਹੀ ਬਜ਼ੁਰਗ ਦੇ ਕਹੇ ਮੁਤਾਬਕ ਉਬਾਊ ਸੀ ਤਾਂ ਮੁੰਡਾ ਹਾਲੇ ਵੀ ਇਸ ਨੂੰ ਬਦਲ ਕੇ ਕੋਈ ਹੋਰ ਕਿਤਾਬ ਲੈ ਸਕਦਾ ਹੈ। ਬਜ਼ੁਰਗ ਨੇ ਕਹਿਣਾ ਜਾਰੀ ਰੱਖਿਆ, ਇਹ ਐਸੀ ਕਿਤਾਬ ਹੈ ਜਿਹੜੀ ਉਹੀ ਕੁਝ ਕਹਿੰਦੀ ਹੈ ਜਿਹੜੀ ਸੰਸਾਰ ਦੀਆਂ ਸਾਰੀਆਂ ਕਿਤਾਬਾਂ ਕਹਿੰਦੀਆਂ ਹਨ। ਇਹ ਦੱਸਦੀ ਹੈ ਕਿ ਲੋਕ ਆਪਣੀ ਹੋਣੀ ਦੀ ਚੋਣ ਕਰਨ ਦੇ ਸਮਰੱਥ ਨਹੀਂ ਹੁੰਦੇ। ਇਸ ਕਿਤਾਬ ਦਾ ਅੰਤ ਉਹੀ ਕੁਝ ਕਹਿੰਦਾ ਹੈ ਜਿਸ ਨੂੰ ਹਰ ਕੋਈ ਸੰਸਾਰ ਦਾ ਸਭ ਤੋਂ ਵੱਡਾ ਝੂਠ ਸਮਝਦਾ ਹੈ। ਮੁੰਡੇ ਨੇ ਇੱਕਦਮ ਹੈਰਾਨ ਹੁੰਦੇ ਹੋਏ ਪੁੱਛਿਆ, ਸੰਸਾਰ ਦਾ ਸਭ ਤੋਂ ਵੱਡਾ ਝੂਠ ਕੀ ਹੈ? ਸਭ ਤੋਂ ਵੱਡਾ ਝੂਠ ਇਹ ਹੈ ਕਿ ਸਾਡੀ ਜ਼ਿੰਦਗੀ ਦੌਰਾਨ ਕਿਸੇ ਪਲ ਸਾਡੇ ਨਾਲ ਜੋ ਕੁਝ ਵਾਪਰ ਰਿਹਾ ਹੈ ਉਸ ਤੇ ਸਾਡਾ ਵਸ ਨਹੀਂ ਰਹਿੰਦਾ ਅਤੇ ਸਾਡੀਆਂ ਜ਼ਿੰਦਗੀਆਂ ਕਿਸਮਤ ਦੇ ਆਸਰੇ ਚੱਲਣ ਲੱਗਦੀਆਂ ਹਨ। ਇਹ ਸੰਸਾਰ ਦਾ ਸਭ ਤੋਂ ਵੱਡਾ ਝੂਠ ਹੈ। ਮੁੰਡਾ ਕਹਿਣ ਲੱਗਾ, ਮੇਰੇ ਨਾਲ ਇੰਜ ਕਦੇ ਨਹੀਂ ਹੋਇਆ। ਉਹ ਮੈਨੂੰ ਪਾਦਰੀ ਬਣਾਉਣਾ ਚਾਹੁੰਦੇ ਸਨ, ਪਰ ਮੈਂ ਆਜੜੀ ਬਣਨ ਦਾ ਫੈਸਲਾ ਕੀਤਾ। ਬਜ਼ੁਰਗ ਨੇ ਕਿਹਾ, ਵਧੀਆ ਰਿਹਾ, ਕਿਉਂਕਿ ਤੈਨੂੰ ਸਫ਼ਰ ਕਰਨਾ ਸੱਚਮੁੱਚ ਚੰਗਾ ਲੱਗਦਾ ਹੈ। ਮੁੰਡੇ ਨੇ ਆਪਣੇ ਆਪ ਨੂੰ ਕਿਹਾ ਤਾਂ ਇੱਥੋਂ ਤੱਕ ਜਾਣਦਾ ਹੈ ਕਿ ਮੈਂ ਕੀ ਸੋਚ ਰਿਹਾ ਹਾਂ। ਉਦੋਂ ਤੱਕ ਬਜ਼ੁਰਗ ਕਿਤਾਬ ਦੇ ਪੰਨੇ ਫੋਲ ਰਿਹਾ ਸੀ ਅਤੇ ਉਸਨੂੰ ਦੇਖਦੇ ਹੋਏ ਇਹ ਲੱਗ ਰਿਹਾ ਸੀ
ਕਿ ਉਹ ਕਿਤਾਬ ਵਾਪਸ ਨਹੀਂ ਕਰਨਾ ਚਾਹੁੰਦਾ। ਮੁੰਡੇ ਨੇ ਦੇਖਿਆ ਕਿ ਬਜ਼ੁਰਗ ਦੇ ਕੱਪੜੇ ਅਜੀਬ ਤਰ੍ਹਾਂ ਦੇ ਸਨ। ਉਹ ਕੋਈ ਅਰਬ ਲੱਗਦਾ ਸੀ ਅਤੇ ਅਰਬਾਂ ਦਾ ਇਹਨਾਂ ਖੇਤਰਾਂ ਵਿੱਚ ਆਉਣਾ ਕੋਈ ਨਵੀਂ ਗੱਲ ਨਹੀਂ ਸੀ। ਤਾਰੀਫਾਂ ਤੋਂ ਕੁਝ ਘੰਟਿਆਂ ਦੀ ਦੂਰੀ ਤੇ ਹੀ ਅਫਰੀਕਾ ਆ ਜਾਂਦਾ ਸੀ ਅਤੇ ਇੱਥੇ ਪੁੱਜਣ ਲਈ ਕਿਸ਼ਤੀ ਰਾਹੀਂ ਇੱਕ ਛੋਟਾ ਜਿਹਾ ਸਮੁੰਦਰੀ ਲਾਂਘਾ ਹੀ ਪਾਰ ਕਰਨਾ ਪੈਂਦਾ ਸੀ। ਅਰਬ ਲੋਕ ਅਕਸਰ ਹੀ ਸ਼ਹਿਰ ਵਿੱਚ ਆਉਂਦੇ ਰਹਿੰਦੇ ਸਨ, ਖਰੀਦ ਫਰੋਖਤ ਕਰਦੇ ਸਨ ਅਤੇ ਆਪਣੀ ਅਜੀਬ ਕਿਸਮ ਦੀ ਪ੍ਰਾਰਥਨਾ ਦਿਨ ਵਿੱਚ ਕਈ ਵਾਰੀ ਕਰਦੇ ਸਨ। ਮੁੰਡਾ ਪੁੱਛਣ ਲੱਗਾ, ਤੁਸੀਂ ਕਿਹੜੀ ਥਾਂ ਤੋਂ ਹੋ? ਕਈ ਥਾਵਾਂ ਤੋਂ। ਮੁੰਡਾ ਕਹਿਣ ਲੱਗਾ, ਕੋਈ ਵੀ ਜਣਾ ਬਹੁਤ ਸਾਰੀਆਂ ਥਾਵਾਂ ਤੋਂ ਨਹੀਂ ਹੋ ਸਕਦਾ। ਮੈਂ ਆਜੜੀ ਹਾਂ ਅਤੇ ਮੈਂ ਕਈ ਥਾਵਾਂ ਤੇ ਗਿਆ ਹਾਂ, ਪਰ ਮੈਂ ਸਿਰਫ ਇੱਕ ਥਾਂ ਤੋਂ ਹਾਂ, ਇੱਕ ਐਸਾ ਸ਼ਹਿਰ ਜਿਹੜਾ ਇੱਕ ਪੁਰਾਣੇ ਕਿਲੇ ਦੇ ਕੋਲ ਵਸਿਆ ਹੋਇਆ ਹੈ। ਉੱਥੇ ਹੀ ਮੈਂ ਪੈਦਾ ਹੋਇਆ ਸਾਂ। ਇਸ ਹਿਸਾਬ ਨਾਲ ਮੈਂ ਕਹਿ ਸਕਦਾ ਹਾਂ ਕਿ ਮੈਂ ਸਾਲਮ ਵਿੱਚ ਪੈਦਾ ਹੋਇਆ ਸਾਂ। ਮੁੰਡੇ ਨੂੰ ਇਹ ਨਹੀਂ ਸੀ ਪਤਾ ਕਿ ਸਾਲੇਮ ਕਿੱਥੇ ਸੀ, ਪਰ ਉਹ ਇਹ ਡਰਦੇ ਹੋਏ ਪੁੱਛਣਾ ਨਹੀਂ ਚਾਹੁੰਦਾ ਕਿ ਉਹ ਅਜਿਹਾ ਕਰਦੇ ਹੋਏ ਅਗਿਆਨੀ ਲੱਗੇਗਾ। ਉਹ ਕੁਝ ਦੇਰ ਬਾਜ਼ਾਰ ਵਿੱਚ ਤੁਰੇ ਫਿਰਦੇ ਲੋਕਾਂ ਨੂੰ ਦੇਖਦਾ ਰਿਹਾ, ਜਿਹੜੇ ਆ ਜਾ ਰਹੇ ਸਨ ਅਤੇ ਸਾਰੇ ਹੀ ਬਹੁਤ ਰੁੱਝੇ ਹੋਏ ਲੱਗਦੇ ਸਨ। ਉਸਨੇ ਕੋਈ ਸੰਕੇਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪੁੱਛਿਆ, ਅੱਛਾ, ਸਾਲੇਮ ਕਿਸ ਤਰ੍ਹਾਂ ਦਾ ਹੈ? ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸਦਾ ਰਿਹਾ ਹੈ। ਕੋਈ ਸੰਕੇਤ ਨਹੀਂ ਮਿਲਿਆ। ਪਰ ਉਹ ਜਾਣਦਾ ਸੀ ਕਿ ਸਾਲੇਮ ਨਾਂ ਦਾ ਸ਼ਹਿਰ ਅੰਦਾਲੂਸ਼ੀਆ ਵਿੱਚ ਨਹੀਂ ਸੀ। ਜੇ ਹੁੰਦਾ ਤਾਂ ਉਸਨੇ ਹੁਣ ਤੱਕ ਇਸ ਬਾਰੇ ਜ਼ਰੂਰ ਸੁਣਿਆ ਹੁੰਦਾ। ਉਸ ਫੇਰ ਪੁੱਛਿਆ, ਤਾਂ ਤੁਸੀਂ ਸਾਲੇਮ ਵਿੱਚ ਕਰਦੇ ਕੀ ਹੋ? ਬਜ਼ੁਰਗ ਹੱਸਿਆ, ਮੈਂ ਸਾਲੇਮ ਵਿੱਚ ਕੀ ਕਰਦਾ ਹਾਂ? ਮੈਂ ਸਾਲੇਮ ਦਾ ਬਾਦਸ਼ਾਹ ਹਾਂ। ਮੁੰਡੇ ਨੇ ਸੋਚਿਆ ਕਿ ਲੋਕ ਬੜੀਆਂ ਅਜੀਬ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਕਦੇ-ਕਦੇ ਭੇਡਾਂ ਨਾਲ ਰਹਿਣਾ ਕਿਤੇ ਚੰਗਾ ਹੁੰਦਾ ਹੈ, ਜਿਹੜੀਆਂ ਕੁਝ ਨਹੀਂ ਕਹਿੰਦੀਆਂ, ਜਾਂ ਫਿਰ ਉਸ ਤੋਂ ਵੀ ਚੰਗਾ ਹੈ ਕਿ ਆਪਣੀ ਕਿਤਾਬ ਹੀ ਪੜ੍ਹੀ ਜਾਵੇ। ਉਹ ਤੁਹਾਨੂੰ ਉਸ ਵੇਲੇ ਕਮਾਲ ਦੀਆਂ ਕਹਾਣੀਆਂ ਸੁਣਾਉਂਦੀ ਹੈ ਜਦੋਂ ਤੁਸੀਂ ਇਹਨਾਂ ਨੂੰ ਸੁਣਨਾ ਚਾਹੁੰਦੇ ਹੋ। ਪਰ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਕਦੇ-ਕਦੇ ਉਹ ਐਸੀਆਂ ਅਜੀਬ ਗੱਲਾਂ ਕਰ ਦਿੰਦੇ ਹਨ ਕਿ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਗੱਲਬਾਤ ਕਿਵੇਂ ਜਾਰੀ ਰੱਖੀ ਜਾਵੇ। ਬਜ਼ੁਰਗ ਕਹਿਣ ਲੱਗਾ, ਮੇਰਾ ਨਾਮ ਮਲਚੀਜ਼ਦਕ ਹੈ। ਤੇਰੇ ਕੋਲ ਕਿੰਨੀਆਂ ਭੇਡਾਂ ਹਨ? ਮੁੰਡੇ ਨੇ ਕਿਹਾ, ਕਾਫੀ ਹਨ। ਉਸਨੇ ਮਹਿਸੂਸ ਕੀਤਾ ਕਿ ਬਜ਼ੁਰਗ ਉਸ ਦੀ ਜ਼ਿੰਦਗੀ ਬਾਰੇ ਹੋਰ ਵੀ ਜਾਣਨਾ ਚਾਹੁੰਦਾ ਹੈ। ਤਾਂ ਫਿਰ ਇੱਥੇ ਤਾਂ ਇੱਕ ਸਮੱਸਿਆ ਹੈ। ਜੇ ਤੈਨੂੰ ਲੱਗਦਾ ਹੈ ਕਿ ਤੇਰੇ ਕੋਲ ਕਾਫੀ ਭੇਡਾਂ ਹਨ ਤਾਂ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਮੁੰਡਾ ਔਖਾ ਹੋਣਾ ਸ਼ੁਰੂ ਹੋ ਗਿਆ ਸੀ। ਉਹ ਮਦਦ ਨਹੀਂ ਸੀ ਮੰਗ ਰਿਹਾ, ਸਗੋਂ ਖੁਦ ਬਜ਼ੁਰਗ ਨੇ ਹੀ ਉਸ ਦੀ ਸ਼ਰਾਬ ਦਾ ਘੁੱਟ ਮੰਗਿਆ ਸੀ ਅਤੇ ਗੱਲਬਾਤ ਸ਼ੁਰੂ ਕੀਤੀ ਸੀ। ਮੁੰਡਾ ਕਹਿਣ ਲੱਗਾ, ਮੇਰੀ ਕਿਤਾਬ ਦੇ ਦਿਓ। ਮੈਂ ਜਾਣਾ ਹੈ ਅਤੇ ਭੇਡਾਂ ਲੈ ਕੇ ਅੱਗੇ ਤੁਰਨਾ ਹੈ। ਬਜ਼ੁਰਗ ਕਹਿਣ ਲੱਗਾ, ਆਪਣੀਆਂ ਭੇਡਾਂ ਵਿੱਚੋਂ 10ਵਾਂ ਹਿੱਸਾ ਜੇ ਤੂੰ ਮੈਨੂੰ ਦੇ ਦੇਵੇਂ ਤਾਂ ਮੈਂ ਤੈਨੂੰ ਦੱਸ ਸਕਦਾ ਹਾਂ ਕਿ ਗੁਪਤ ਖਜ਼ਾਨਾ ਕਿੱਥੇ ਹੈ। ਮੁੰਡੇ ਨੂੰ ਆਪਣਾ ਸੁਪਨਾ ਚੇਤੇ ਆਇਆ ਅਤੇ ਅਚਨਚੇਤ ਹੀ ਸਭ ਕੁਝ ਸਪਸ਼ਟ ਹੋ ਗਿਆ। ਬੁੱਢੀ ਔਰਤ ਨੇ ਉਸ ਤੋਂ ਕੋਈ ਪੈਸਾ ਨਹੀਂ ਸੀ ਲਿਆ ਅਤੇ ਹੋ ਸਕਦਾ ਹੈ ਕਿ ਇਹ ਬਜ਼ੁਰਗ ਉਸ ਦਾ ਪਤੀ ਹੋਵੇ ਅਤੇ ਉਸ ਨੂੰ ਕਿਸੇ ਐਸੇ ਖਜ਼ਾਨੇ ਬਾਰੇ ਜਾਣਕਾਰੀ ਦੇ ਕੇ ਪੈਸੇ ਬਟੋਰਨਾ ਚਾਹੁੰਦਾ ਹੋਵੇ ਜਿਸ ਦੀ ਹੋਂਦ ਹੀ ਨਹੀਂ ਹੈ। ਇਹ ਬਜ਼ੁਰਗ ਵੀ ਖਬਰੇ ਜਿਪਸੀ ਹੀ ਹੋਣਾ ਹੈ। ਪਰ ਇਸ ਤੋਂ ਪਹਿਲਾਂ ਕਿ ਮੁੰਡਾ ਕੁਝ ਕਹਿ ਸਕੇ, ਬਜ਼ੁਰਗ ਹੇਠਾਂ ਨੂੰ ਝੁਕਿਆ, ਇੱਕ ਡੰਡੀ ਚੁੱਕੀ ਅਤੇ ਧਰਤੀ ਦੀ ਰੇਤ ਤੇ ਕੁਝ ਲਿਖਣਾ ਸ਼ੁਰੂ ਕੀਤਾ। ਉਸ ਦੀ ਛਾਤੀ ਉਤਲੀ ਕੋਈ ਚੀਜ਼ ਇੰਨੀ ਜ਼ਿਆਦਾ ਚਮਕੀ ਕਿ ਪਲ ਭਰ ਲਈ ਮੁੰਡੇ ਦੀਆਂ ਅੱਖਾਂ ਚੁੰਦਿਆ ਗਈਆਂ। ਆਪਣੀ ਉਮਰ ਦੇ ਲਿਹਾਜ਼ ਨਾਲ ਕਿਤੇ ਤੇਜ਼ੀ ਨਾਲ ਬਜ਼ੁਰਗ ਨੇ ਆਪਣੀ ਛਾਤੀ ਤੇ ਚਮਕਦੀ ਚੀਜ਼ ਨੂੰ ਆਪਣੇ ਕੱਪੜੇ ਨਾਲ ਲੁਕੋ ਲਿਆ। ਜਦੋਂ ਮੁੰਡੇ ਦੀ ਨਜ਼ਰ ਠੀਕ ਹੋਈ ਤਾਂ ਉਹ ਧਰਤੀ ਤੇ ਬਜ਼ੁਰਗ ਵੱਲੋਂ ਲਿਖੇ ਹੋਏ ਨੂੰ ਪੜ੍ਹਨ ਦੇ ਯੋਗ ਹੋ ਸਕਿਆ। ਉਸ ਛੋਟੇ ਜਿਹੇ ਸ਼ਹਿਰ ਦੇ ਬਾਜ਼ਾਰ ਦੀ ਰੇਤ ਤੇ ਮੁੰਡੇ ਨੇ ਆਪਣੇ ਪਿਤਾ ਅਤੇ ਮਾਤਾ ਦੇ ਨਾਮ ਪੜ੍ਹੇ ਅਤੇ ਨਾਲ ਹੀ ਉਸ ਮਦਰਸਿਆ ਦਾ ਵੀ ਜਿੱਥੇ ਉਹ ਪੜ੍ਹਦਾ ਰਿਹਾ ਸੀ। ਉਸਨੇ ਵਪਾਰੀ ਦੀ ਧੀ ਦਾ ਨਾਂ ਵੀ ਪੜ੍ਹਿਆ ਜਿਸ ਦਾ ਉਸਨੂੰ ਅਜੇ ਤੱਕ ਪਤਾ ਹੀ ਨਹੀਂ ਸੀ ਅਤੇ ਉਹ ਗੱਲਾਂ ਵੀ ਪੜ੍ਹੀਆਂ ਜਿਹੜੀਆਂ ਉਸਨੇ ਕਿਸੇ ਨੂੰ ਨਹੀਂ ਸਨ ਦੱਸੀਆਂ।